ਦੋਸਤੋ ਸਿੱਧੂ ਸਟੱਡੀ ਪੁਆਇੰਟ 'ਤੇ ਤੁਹਾਡਾ ਸਵਾਗਤ ਹੈ। ਅੱਜ ਐਨਟੀਟੀ 8393 ਪ੍ਰੀਖਿਆ ਦੀ ਤਿਆਰੀ ਦੇ ਨਾਲ ਸੰਬੰਧਿਤ ਸਿਲੇਬਸ ਦਾ ਪਾਰਟ ਐਫ ਕਰਿਕੂਲਮ ਆਫ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਐਂਡ ਟ੍ਰੇਨਿੰਗ ਲਰਨਿੰਗ ਪ੍ਰੋਸੈਸ, ਜਿਸ ਦੇ ਵਿੱਚ ਇੱਕ ਪਾਰਟ ਆਪਣੇ ਕੋਲ ICT ਇਨ ਪ੍ਰੀ ਪ੍ਰਾਇਮਰੀ ਐਜੂਕੇਸ਼ਨ, ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ, ਇਸ ਦੇ ਨਾਲ ਸੰਬੰਧਿਤ ਵੈਰੀ ਇੰਪੋਰਟੈਂਟ MCQ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ, ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਟਾਰਟ ਕਰਦੇ ਹਾਂ। ਪਹਿਲਾ ਪ੍ਰਸ਼ਨ, ਫੁੱਲ ਫਾਰਮ ਆਫ ICT। ICT ਦੀ ਫੁੱਲ ਫਾਰਮ ਕੀ ਹੈ? ऑप्शन ਹਨ A ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ, B ऑप्शन है इंडिविजुअल एंड कलैक्टिव ट्रेनिंग, C इंफॉर्मेशन सेंटर टेक्नोलॉजी, D नन ऑफ दीज। सही उत्तर है ऑप्शन A इंफॉर्मेशन एंड कम्यूनीकेशन टेक्नोलॉजी, सूचना ਅਤੇ संचार टेक्नोलॉजी। दूसरा प्रश्न, ਇਹਨਾਂ ਵਿੱਚੋਂ ਕਿਹੜਾ ਹਾਰਡਵੇਅਰ ਅਤੇ ਸਾਫਟਵੇਅਰ ICT ਦਾ ਹਿੱਸਾ ਨਹੀਂ ਹੈ? ਆਪਸ਼ਨ ਹਨ A ਕੰਪਿਊਟਰ, B ਡਿਜੀਟਲ ਕੈਮਰੇ ਅਤੇ ਡਿਜੀਟਲ ਵੀਡੀਓ ਕੈਮਰੇ, C ਮੇਜ਼ ਕੁਰਸੀ, D ਟੈਲੀਫੋਨ, ਫੈਕਸ ਮਸ਼ੀਨ, ਮੋਬਾਈਲ ਟੇਪ ਰਿਕਾਰਡਰ। ਸਹੀ ਉੱਤਰ ਹੈ ਆਪਸ਼ਨ C, ਹਿੱਸਾ ਨਹੀਂ ਹੈ। ਕਿਹੜਾ ਹਿੱਸਾ ਨਹੀਂ ਹੈ? ਮੇਜ਼ ਕੁਰਸੀ। ਇਸ ਦਾ ਕੰਪਿਊਟਰ ਦੇ ਨਾਲ ਜਾਂ ICT ਦੇ ਨਾਲ, ਸੂਚਨਾ ਅਤੇ ਸੰਚਾਰ ਤਕਨੋਲੋਜੀ ਨਾਲ ਕੋਈ ਸੰਬੰਧ ਨਹੀਂ ਹੈ। ਕੰਪਿਊਟਰ ਵੀ ਇੱਕ ਇਹਦਾ ਹਿੱਸਾ ਹੈ, ਡਿਜੀਟਲ ਕੈਮਰੇ ਅਤੇ ਡਿਜੀਟਲ ਵੀਡੀਓ ਕੈਮਰੇ ਵੀ, ਟੈਲੀਫੋਨ, ਫੈਕਸ ਮਸ਼ੀਨ, ਮੋਬਾਈਲ ਟੇਪ ਰਿਕਾਰਡ। ਸਹੀ ਉੱਤਰ ਆਪਸ਼ਨ C ਮੇਜ਼ ਕੁਰਸੀ। ਤੀਸਰਾ ਪ੍ਰਸ਼ਨ, ਪ੍ਰੀ ਪ੍ਰਾਇਮਰੀ ਵਿੱਚ ICT ਦੀ ਕੀ ਮਹੱਤਤਾ ਹੈ? ਆਪਸ਼ਨ ਹਨ A ਇਹ ਮਾਪਿਆਂ ਦੀ ਸ਼ਮੂਲੀਅਤ ਨੂੰ ਘਟਾਉਂਦੀ ਹੈ, B ਇਹ ਸ਼ੁਰੂਆਤੀ ਬਚਪਨ ਦੀ ਸਿੱਖਿਆ ਦੇ ਬਹੁਤ ਸਾਰੇ ਪਹਿਲੂਆਂ ਨੂੰ ਮਜ਼ਬੂਤ ਬਣਾਉਂਦੀ ਹੈ, C ਦੋਵੇਂ, D ਇਹਨਾਂ ਵਿੱਚੋਂ ਕੋਈ ਨਹੀਂ। ਹੁਣ ਆਪਾਂ ਮਹੱਤਤਾ ਦੇਖਣੀ ਹੈ। ਇਹ ਮਾਪਿਆਂ ਦੀ ਸ਼ਮੂਲੀਅਤ ਨੂੰ ਘਟਾਉਂਦੀ ਹੈ। ਇਸ ਦਾ ਤਾਂ ਇਸ ਦੇ ਨਾਲ ਕੋਈ ਸੰਬੰਧ ਹੀ ਨਹੀਂ। ਮਾਪਿਆਂ ਦੀ ਸ਼ਮੂਲੀਅਤ, ਜਦੋਂ ਬੱਚਾ ਸਕੂਲ ਦੇ ਵਿੱਚ ਪ੍ਰੀ ਸਕੂਲ ਪ੍ਰਾਇਮਰੀ ਸਕੂਲ ਦੇ ਵਿੱਚ ਸਿੱਖਣ ਆਇਆ ਤਾਂ ਉਹ ਅਧਿਆਪਕ ਦੇ ਕੋਲ ਹੈ ਅਤੇ ਅਧਿਆਪਕ ਨੇ ਉਸ ਨੂੰ ICT ਦੀ ਸਹਾਇਤਾ ਦੇ ਨਾਲ ਸਿੱਖਿਆ ਦੇ ਰਿਹਾ ਹੈ, ਤਾਂ ਇਸ ਦਾ ਮਾਪਿਆਂ ਦੀ ਸ਼ਮੂਲੀਅਤ ਨਾਲ ਕੋਈ ਸੰਬੰਧ ਹੀ ਨਹੀਂ ਹੈ। ਇਸ ਕਰਕੇ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ B ਇਹ ਸ਼ੁਰੂਆਤੀ ਬਚਪਨ ਦੀ ਸਿੱਖਿਆ ਦੇ ਬਹੁਤ ਸਾਰੇ ਪਹਿਲੂਆਂ ਨੂੰ ਮਜ਼ਬੂਤ ਬਣਾਉਂਦੀ ਹੈ। ਬੱਚੇ ICT ਦੀ ਵਰਤੋਂ ਕਰਦੇ ਹੋਏ ਜਦੋਂ ਅਧਿਆਪਕ ਉਹਨਾਂ ਨੂੰ ਸਿਖਾਉਂਦਾ ਹੈ ਤਾਂ ਬੱਚੇ ਜ਼ਿਆਦਾ ਸਿੱਖਦੇ ਹਨ, ਜੋ ਉਹਨਾਂ ਦੇ ਜ਼ਿਆਦਾ ਦੇਰ ਤੱਕ ਮਾਈਂਡ ਦੇ ਵਿੱਚ ਰਹਿੰਦਾ ਹੈ। ਪ੍ਰਸ਼ਨ 4, ਪ੍ਰੀ ਪ੍ਰਾਇਮਰੀ ਬੱਚਿਆਂ ਦੇ ਸਿੱਖਣ ਵਿੱਚ ਨੂੰ ਸਭ ਤੋਂ ਵੱਧ ਦਿਲਚਸਪ ਬਣਾਉਂਦਾ ਹੈ? ਕੀ ਦਿਲਚਸਪ ਬਣਾਉਂਦਾ ਹੈ? ਆਪਸ਼ਨ ਹਨ A ਐਨੀਮੇਸ਼ਨ, B ਵਾਈਟ ਬੋਰਡ, C ਕਿਤਾਬਾਂ, D ਰਵਾਇਤੀ। ਅਤੇ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ A ਐਨੀਮੇਸ਼ਨ। ਸਿੱਖਣ ਨੂੰ ਸਭ ਤੋਂ ਵੱਧ ਦਿਲਚਸਪ ਕੀ ਬਣਾਉਂਦਾ ਹੈ? ਐਨੀਮੇਸ਼ਨ ਬਣਾਉਂਦਾ ਹੈ। ਐਨੀਮੇਸ਼ਨ ਕੀ ਹੈ? ਜਿਸ ਦੇ ਵਿੱਚ ਇੱਕ ਚਿੱਤਰਾਂ ਨੂੰ ਚੱਲਦੇ ਰੂਪ ਵਿੱਚ ਦਿਖਾਇਆ ਜਾਂਦਾ ਹੈ। ਬੱਚੇ ਉਸ ਨੂੰ ਦਿਲਚਸਪੀ ਦੇ ਨਾਲ ਦੇਖਦੇ ਹਨ। ਬੱਚਿਆਂ ਨੂੰ ਕਾਰਟੂਨ ਪਸੰਦ ਹੁੰਦੇ, ਉਸੇ ਤਰ੍ਹਾਂ ਜੋ ਐਨੀਮੇਸ਼ਨ ਹੁੰਦਾ ਹੈਗਾ ਉਹ ਚਿੱਤਰਾਂ ਨੂੰ ਚਲਾਇਆ ਜਾਂਦਾ ਹੈ। ਹੁੰਦੇ ਚਿੱਤਰ ਹੀ ਹਨ, ਉਹਨੂੰ ਚਲਾਇਆ ਜਾਂਦਾ, ਚੱਲਦੇ ਰੂਪ 'ਚ ਦਿਖਾਇਆ ਜਾਂਦਾ ਹੈ। ਇਸ ਲਈ ਸਹੀ ਉੱਤਰ ਹੈ ਆਪਸ਼ਨ A ਐਨੀਮੇਸ਼ਨ। ਪ੍ਰਸ਼ਨ 5, ਇੱਕ ਪ੍ਰੀ ਪ੍ਰਾਇਮਰੀ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਬੱਚੇ ICT ਦੀ ਵਰਤੋਂ ਕਰਦੇ ਹਨ? ਆਪਸ਼ਨ A ਵਿਸ਼ਾ ਵਸਤੂ ਜੋ ਕਿ ਬੱਚਿਆਂ ਲਈ ਢੁਕਵਾਂ ਹੋਵੇ, B ਸਿੱਖਦੇ ਸਮੇਂ ਮੁਲਾਂਕਣ ਕਰਨਾ, C ਸੁਰੱਖਿਆ ਦੇ ਨਿਯਮਾਂ ਦਾ ਪਾਲਣ ਕਰਨਾ, D ਉਪਰੋਕਤ ਸਾਰੇ। ਅਧਿਆਪਕ ਜਦੋਂ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਦੀ ਵਰਤੋਂ ਕਰ ਰਿਹਾ ਹੈ ਤਾਂ ਵਿਸ਼ਾ ਵਸਤੂ ਜੋ ਬੱਚਿਆਂ ਲਈ ਢੁਕਵਾਂ ਹੋਵੇ। ਅਧਿਆਪਕ ਨੂੰ ਚਾਹੀਦਾ ਕਿ ਜੋ ਬੱਚਿਆਂ ਦੇ ਨਾਲ ਸੰਬੰਧਿਤ ਵਿਸ਼ਾ ਹੈ, ਜੋ ਬੱਚਿਆਂ ਦੇ ਲਈ ਢੁਕਵਾਂ ਹੈ, ਉਹ ਹੋਵੇ। ਦੂਸਰਾ, ਸਿੱਖਦੇ ਸਮੇਂ ਮੁਲਾਂਕਣ ਕਰਨਾ, ਬੱਚਿਆਂ ਦਾ ਮੁਲਾਂਕਣ ਕਰਨਾ, ਬੱਚੇ ਕਿਸ ਤਰ੍ਹਾਂ ਸਿੱਖ ਰਹੇ ਹੈ, ਕਿੰਨਾ ਸਿੱਖ ਰਹੇ ਹੈ। C ਸੁਰੱਖਿਆ ਦੇ ਨਿਯਮਾਂ ਦਾ ਪਾਲਣ ਕਰਨਾ। ਬੱਚਿਆਂ ਨੂੰ ਜਦੋਂ ICT ਦੀ ਵਰਤੋਂ ਕਰਦੇ ਆ, ਕਿਉਂਕਿ ਇਹ ਇੱਕ ਕੰਪਿਊਟਰ ਨਾਲ ਬਿਜਲੀ ਉਪਕਰਨ ਹੁੰਦੇ ਹੈ, ਤਾਂ ਬੱਚਿਆਂ ਦੀ ਸੁਰੱਖਿਆ ਦਾ ਵੀ ਦੇਖਣਾ ਚਾਹੀਦਾ ਹੈ।
ਤੇ ਇਹ ਸਾਰੇ ਕੀ ਹੈ, ਉਪਰੋਕਤ ਸਾਰੇ। ਇਸ ਪ੍ਰਸ਼ਨ ਦਾ ਸਹੀ ਉੱਤਰ ਕੀ ਆਊਗਾ? ਡੀ ਆਪਸ਼ਨ, ਉਪਰੋਕਤ ਸਾਰੇ। 6ਵਾਂ ਪ੍ਰਸ਼ਨ, ਪ੍ਰੀ ਪ੍ਰਾਇਮਰੀ ਅਧਿਆਪਕ ICT, ਇੱਥੇ ਟੀ ਹੈ ਦੋਸਤੋ, ਟੀ ਦੀ ਵਰਤੋਂ ਕਿਸ ਲਈ ਨਹੀਂ ਕਰ ਸਕਦੇ? ਆਪਸ਼ਨ ਹਨ A ਬੱਚਿਆਂ ਦਾ ਰਿਕਾਰਡ ਰੱਖਣ ਲਈ, B ਬੱਚਿਆਂ ਦੀਆਂ ਭਾਵਨਾਵਾਂ ਸਮਝਣ ਲਈ, C ਬੱਚਿਆਂ ਦੇ ਸਿੱਖਣ ਨੂੰ ਰੌਚਕ ਬਣਾਉਣ ਲਈ, D ਆਪਣੇ ਗਿਆਨ ਵਿੱਚ ਵਾਧਾ ਕਰਨ ਲਈ। ਹੁਣ ਇੱਥੇ ਆ ਗਿਆ ਨਹੀਂ ਕਰ ਸਕਦੇ, ਨਹੀਂ ਨੂੰ ਧਿਆਨ ਵਿੱਚ ਰੱਖਣਾ ਹੈ। ਬੱਚਿਆਂ ਦਾ ਰਿਕਾਰਡ ਰੱਖਣ ਲਈ, ICT ਦੇ ਵਿੱਚ ਕੀ ਹੈ, ਕੰਪਿਊਟਰ ਦੇ ਵਿੱਚ ਬੱਚਿਆਂ ਦਾ ਰਿਕਾਰਡ ਵੀ ਰੱਖਿਆ ਜਾ ਸਕਦਾ, ਇਹ ਤਾਂ ਸਹੀ ਹੈ, ਇਹ ਗਲਤ ਨਹੀਂ ਹੋ ਸਕਦਾ। ਬੱਚਿਆਂ ਦੇ ਸਿੱਖਣ ਨੂੰ ਰੌਚਕ ਬਣਾਉਣ ਲਈ ICT ਦੀ ਵਰਤੋਂ ਕੀਤੀ ਜਾਂਦੀ ਹੈ, ਬੱਚਿਆਂ ਦੇ ਸਿੱਖਣ ਨੂੰ ਰੌਚਕ ਬਣਾਉਣ ਲਈ ਕੀਤੀ ਜਾਂਦੀ ਹੈ। ਐਨੀਮੇਸ਼ਨ ਦੀ ਵਰਤੋਂ ਕਰਦੇ ਹੈ, ਬੱਚੇ ਦਿਲਚਸਪੀ ਨਾਲ ਸਿੱਖਦੇ ਹੈ। D ਆਪਣੇ ਗਿਆਨ ਵਿੱਚ ਵਾਧਾ ਕਰਨੀ, ਅਧਿਆਪਕ ਦੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈਗਾ। ਨਵੀਂ ਟੈਕਨੋਲੋਜੀ ਗੂਗਲ ਰਾਹੀਂ ਜਾਂ ਹੋਰ ਕਿਤੋਂ ਵੀ ਉਹ ਕੋਈ ਵੀ ਜਿਹੜੀ ਜਾਣਕਾਰੀ ਹੈ ਉਹ ਪ੍ਰਾਪਤ ਕਰ ਸਕਦਾ ਹੈ। ਅਤੇ ਇਸ ਦਾ ਸਹੀ ਜੋ ਉੱਤਰ ਹੈ ਆਪਸ਼ਨ B ਬੱਚਿਆਂ ਦੀਆਂ ਭਾਵਨਾਵਾਂ ਸਮਝਣ ਲਈ। ਬੱਚਿਆਂ ਦੀਆਂ ਭਾਵਨਾਵਾਂ ਨੂੰ ICT ਦੀ ਵਰਤੋਂ ਨਾਲ ਨਹੀਂ ਸਮਝਿਆ ਜਾ ਸਕਦਾ। ਇਸ ਪ੍ਰਸ਼ਨ ਦਾ ਸਹੀ ਉੱਤਰ ਹੈ B ਆਪਸ਼ਨ। ਪ੍ਰਸ਼ਨ 7, ਸੂਚਨਾ ਅਤੇ ਸੰਚਾਰ ਤਕਨੋਲੋਜੀ ਵਿੱਚ ਸ਼ਾਮਲ ਹੈ। ਆਪਸ਼ਨ A ਵੈਬ ਆਧਾਰਿਤ ਲਰਨਿੰਗ, B ਆਨਲਾਈਨ ਲਰਨਿੰਗ, C ਐਜੂਸੈਟ ਲਰਨਿੰਗ, D ਉਪਰੋਕਤ ਸਾਰੇ। ਵੈਬ ਆਧਾਰਿਤ ਲਰਨਿੰਗ ਕਲਾਸਰੂਮ ਦੇ ਵਿੱਚ ਜਾਂ ਕਿਤੇ ਵੀ ਜੋ ਸਿੱਖਿਆਰਥੀ ਹੈ ਉਸ ਨੂੰ ਵੈਬ ਦੇ ਰਾਹੀਂ ਪੜ੍ਹਾਇਆ ਜਾ ਸਕਦਾ ਹੈ, ਜੋ ਉਸ ਤੋਂ ਸਿੱਖਿਆ ਹਾਸਲ ਕੀਤੀ ਜਾ ਸਕਦੀ ਹੈ। ਆਨਲਾਈਨ ਲਰਨਿੰਗ, ਜਿਸ ਤਰ੍ਹਾਂ ਤੁਸੀਂ ਵੀ ਸਾਰੇ ਆਨਲਾਈਨ ਲਰਨਿੰਗ ਹੀ ਲੈ ਰਹੇ ਹੋ। ਐਜੂਸੇਟ ਲਰਨਿੰਗ, ਜੋ ਇੱਕ ਕਲਾਸਰੂਮ ਦੇ ਵਿੱਚ ਕਿਸੇ ਇੱਕ ਜਗ੍ਹਾ ਤੋਂ, ਜੋ ਜਿਵੇਂ ਸਟੇਟ ਤੋਂ ਸਰਕਾਰੀ ਸਕੂਲਾਂ ਦੇ ਵਿੱਚ ਵੀ ਐਜੂਸੇਟ ਪ੍ਰੋਗਰਾਮ ਚੱਲਦੇ ਹੈ, ਇੱਕ ਸਟੇਟ ਤੋਂ ਇੱਕ ਵਿਅਕਤੀ ਜਾਂ ਉਹਨਾਂ ਦਾ ਗਰੁੱਪ ਜੋ ਸਾਰੇ ਜਗ੍ਹਾ 'ਤੇ ਪੜ੍ਹਾ ਸਕਦਾ ਹੈ, ਉਹ ਕੀ ਹੈ? ਐਜੂਸੇਟ ਲਰਨਿੰਗ ਹੈ। ਵੈਬ ਆਧਾਰਿਤ ਲਰਨਿੰਗ ਹੋ ਗਿਆ। ਅਤੇ ਇਸ ਦਾ ਉੱਤਰ ਹੈ D ਆਪਸ਼ਨ, ਉਪਰੋਕਤ ਸਾਰੇ। ਸੂਚਨਾ ਅਤੇ ਸੰਚਾਰ ਤਕਨੋਲੋਜੀ ਵਿੱਚ ਕੀ ਸ਼ਾਮਲ ਹੈ? ਉਪਰੋਕਤ ਸਾਰੇ, D ਆਪਸ਼ਨ ਹੈ ਇਸ ਦਾ। 8 ਪ੍ਰਸ਼ਨ, ਫੁੱਲ ਫਾਰਮ ਆਫ NMEICT। ਆਪਸ਼ਨ ਹਨ A ਨੈਸ਼ਨਲ ਮਿਸ਼ਨ ਔਨ ਈ ਲਰਨਿੰਗ ਥਰੂ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ। ਆਪਸ਼ਨ B ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ। ਆਪਸ਼ਨ C ਨੈਸ਼ਨਲ ਮਿਸ਼ਨ ਔਨ ਈ ਗਵਰਨੈਂਸ ਥਰੂ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ। ਆਪਸ਼ਨ D ਨੈਸ਼ਨਲ ਮਿਸ਼ਨ ਔਨ ਈ ਕਮਰਸ ਥਰੂ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ। ਸਹੀ ਉੱਤਰ ਹੈ ਆਪਸ਼ਨ B ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ। ਇਹ ਇੱਕ ਰਾਸ਼ਟਰੀ ਮਿਸ਼ਨ ਹੈ ਜੋ ਕਿ ICT ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਹੈ ਬਣਾਇਆ ਗਿਆ ਹੈ, ਕਿਸ ਤਰ੍ਹਾਂ ਸਿੱਖਿਆਰਥੀਆਂ ਨੂੰ ਵੱਧ ਤੋਂ ਵੱਧ ਜਿਹੜਾ ਸਿਖਾਇਆ ਜਾ ਸਕਦਾ ਹੈ। ਪ੍ਰਸ਼ਨ 9, ਸਿੱਖਿਆ ਦੇ ਖੇਤਰ ਵਿੱਚ ਸਿੱਖਣ ਪ੍ਰਕਿਰਿਆ ਨੂੰ ਵਧਾਉਣ ਲਈ ਤਕਨੋਲੋਜੀ ਦੀ ਵਰਤੋਂ ਨੂੰ ਡੈਸ਼ ਕਿਹਾ ਜਾਂਦਾ ਹੈ। ਸੂਚਨਾ ਤਕਨੋਲੋਜੀ, ਆਪਸ਼ਨ A ਇਨਫੋਰਮੇਸ਼ਨ ਟੈਕਨੋਲੋਜੀ, ਆਪਸ਼ਨ B ਸੂਚਨਾ ਅਤੇ ਸੰਚਾਰ ਟੈਕਨੋਲੋਜੀ, ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ, ਆਪਸ਼ਨ C ਸੰਚਾਰ ਟੈਕਨੋਲੋਜੀ, ਅਤੇ ਆਪਸ਼ਨ D ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਉੱਤਰ ਹੈ ਆਪਸ਼ਨ B ਸੂਚਨਾ ਅਤੇ ਸੰਚਾਰ ਟੈਕਨੋਲੋਜੀ, ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ। ਪ੍ਰਸ਼ਨ 10, ਪ੍ਰੀ ਪ੍ਰਾਇਮਰੀ ਸਿੱਖਿਆ ਵਿੱਚ ਬੱਚਾ ICT ਦੇ ਮਹੱਤਵ ਨੂੰ ਕਿਹੜਾ ਕਾਰਨ ਦਰਸਾਉਂਦਾ ਹੈ? ਇੱਥੇ ਵਿੱਚ ਹੈ, ਬੱਚਾ ਨਹੀਂ, ਸੌਰੀ, ਇਸ ਦੇ ਵਿੱਚ ਥੋੜ੍ਹੀ ਮਿਸਟੇਕ ਹੋ ਗਈ। ICT ਦਾ ਪਹਿਲਾਂ ਤੋਂ ਹੀ ਲੋਕਾਂ ਅਤੇ ਵਾਤਾਵਰਨ 'ਤੇ ਪ੍ਰਭਾਵ ਹੈ। ਸਿੱਖਿਆ ਨੀਤੀ, ਪਾਠਕ੍ਰਮ ਅਤੇ ਅਭਿਆਸ ਵਿੱਚ ICT ਦੇ ਵਿਕਾਸ ਅਤੇ ਏਕੀਕਰਨ ਲਈ ਪੂਰੇ ਸਿੱਖਿਆ ਖੇਤਰ ਵੱਲੋਂ ਸਹਾਇਤਾ। ਇਹ ਤਕਨੀਕਾਂ ਬਚਪਨ ਦੀ ਸਿੱਖਿਆ ਦੇ ਅਭਿਆਸ ਦੇ ਬਹੁਤ ਸਾਰੇ ਪਹਿਲੂਆਂ ਨੂੰ ਮੌਜੂਦ ਕਰਨ ਲਈ ਨਵੇਂ ਮੌਕੇ ਪ੍ਰਦਾਨ ਕਰਦੀਆਂ ਹਨ। D ਉਪਰੋਕਤ ਸਾਰੇ। ਹੁਣ ICT ਦਾ ਲੋਕਾਂ ਦੇ ਉੱਤੇ ਵੀ ਪ੍ਰਭਾਵ ਹੈ। ਲੋਕ ਦੇਖਦੇ ਆ ਵੀ ਕੰਪਿਊਟਰ, ਜਿਹੜੇ ਸਕੂਲ ਦੇ ਵਿੱਚ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ, ਉੱਥੇ ਸਾਡੇ ਬੱਚੇ ਜ਼ਿਆਦਾ ਵਧੀਆ ਪੜ੍ਹਨਗੇ।
ਤੇ ਦੂਸਰਾ ਸਿੱਖਿਆ ਨੀਤੀ ਪਾਠਕ੍ਰਮ ਤੇ ਅਭਿਆਸ ਵਿੱਚ ਵੀ ਉਸਦਾ ਏਕੀਕਰਨ ਕਰਨਾ, ਉਸ ਨੂੰ ਪੂਰੇ ਸਿੱਖਿਆ ਖੇਤਰ ਵੱਲੋਂ ਸਹਾਇਤਾ ਦਿੱਤੀ ਜਾਂਦੀ ਹੈ। ਇਹ ਤਕਨੀਕਾਂ ਬਚਪਨ ਦੀ ਸਿੱਖਿਆ ਦੇ ਅਭਿਆਸ ਦੇ ਬਹੁਤ ਸਾਰੇ ਪਹਿਲੂਆਂ ਨੂੰ ਮੌਜੂਦ ਕਰਨ ਲਈ ਨਵੇਂ ਮੌਕੇ ਪ੍ਰਦਾਨ ਕਰਦੀਆਂ ਹੈ। ਇਹ ਵੀ ਬਿਲਕੁਲ ਸਹੀ ਹੈ। ਅਤੇ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਡੀ ਆਪਸ਼ਨ, ਉਪਰੋਕਤ ਸਾਰੇ। ਪ੍ਰਸ਼ਨ 11, ਹੇਠ ਲਿਖਿਆਂ ਵਿੱਚੋਂ ਕਿਹੜੀ ICT ਦੀਆਂ ਵਿਸ਼ੇਸ਼ਤਾਵਾਂ ਨਹੀਂ ਹਨ? ਕਿਹੜੀਆਂ ICT ਦੀਆਂ ਵਿਸ਼ੇਸ਼ਤਾਵਾਂ ਨਹੀਂ ਹਨ? ਜਾਣਕਾਰੀ ਨੂੰ ਬਿਨਾਂ ਗਲਤੀ ਦੇ ਪ੍ਰੋਸੈਸ ਕਰਦੀ ਹੈ। ਆਪਸ਼ਨ ਬੀ, ਇਹ ਖੁਦ ਸੋਚ ਨਹੀਂ ਸਕਦੀ। ਆਪਸ਼ਨ ਸੀ, ਦੋਵੇਂ। ਆਪਸ਼ਨ ਡੀ, ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਉੱਤਰ ਹੈ ਆਪਸ਼ਨ ਸੀ, ਦੋਵੇਂ। ਜਾਣਕਾਰੀ ਨੂੰ, ਜੋ ਜਾਣਕਾਰੀ ਕੰਪਿਊਟਰ ਦੇ ਵਿੱਚ ਮਨੁੱਖ ਦੁਆਰਾ ਦਿੱਤੀ ਜਾਂਦੀ ਹੈ, ਉਸ ਨੂੰ ਬਿਲਕੁਲ ਸਹੀ ਤਰੀਕੇ ਦੇ ਨਾਲ ਪ੍ਰੋਸੈਸ ਕਰਦੀ ਹੈ। ਇਹ ਖੁਦ ਸੋਚ ਨਹੀਂ ਸਕਦੀ। ਸੂਚਨਾ ਅਤੇ ਸੰਚਾਰ ਤਕਨੋਲੋਜੀ ਨੂੰ ਹੈ ਜਿਹੜਾ ਮਨੁੱਖ ਦੁਆਰਾ ਹੀ ਚਲਾਇਆ ਜਾਂਦਾ ਹੈ ਅਤੇ ਉਹ ਖੁਦ ਸੋਚ ਨਹੀਂ ਸਕਦੀ, ਇਸ ਲਈ ਇਸ ਦਾ ਉੱਤਰ ਦੋਵੇਂ ਹੈ। ਇੱਥੇ ਆਪਸ਼ਨ ਸੀ ਲਿਖਣਾ ਸੀ, ਇਹ ਥੋੜ੍ਹਾ ਮਿਸਟੇਕ ਹੋਈ ਹੈ, ਇਸ ਕਰਕੇ ਇਹ ਗਲਤ ਹੈ। ਇੱਥੇ ਸੀ ਆਪਸ਼ਨ ਹੈ, ਦੋਵੇਂ। ਪ੍ਰਸ਼ਨ 12, ਸਿੱਖਿਆ ਤਕਨੀਕ ਤੋਂ ਕੀ ਭਾਵ ਹੈ? ਆਪਸ਼ਨ ਏ, ਸਿੱਖਿਆ ਦਾ ਕੰਮ ਮਸ਼ੀਨਾਂ ਦੀ ਸਹਾਇਤਾ ਨਾਲ। ਆਪਸ਼ਨ ਬੀ, ਸਿੱਖਿਆ ਦਾ ਕੰਮ ਵਿਗਿਆਨ ਅਤੇ ਤਰਕ ਦੀ ਕਸੌਟੀ ਉੱਤੇ। ਆਪਸ਼ਨ ਸੀ, ਸਿੱਖਿਆ ਪ੍ਰਕਿਰਿਆ ਵਿੱਚ ਵਿਗਿਆਨਕ ਸਾਧਨਾਂ ਦੀ ਵਰਤੋਂ ਕਰਨਾ। ਆਪਸ਼ਨ ਡੀ, ਸਿੱਖਿਆ ਦੀ ਵਰਤੋਂ ਤਕਨੀਕੀ ਦੇ ਖੇਤਰ ਵਿੱਚ ਕਰਨਾ। ਹੁਣ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਸੀ, ਸਿੱਖਿਆ ਪ੍ਰਕਿਰਿਆ ਵਿੱਚ ਵਿਗਿਆਨਕ ਸਾਧਨਾਂ ਦੀ ਵਰਤੋਂ ਕਰਨਾ, ਨਾ ਕਿ ਮਸ਼ੀਨਾਂ ਦੁਆਰਾ ਕਰਨਾ। ਸਿੱਖਿਆ ਦਾ ਕੰਮ ਵਿਗਿਆਨਕ ਤਰਕ ਦੀ ਕਸੌਟੀ, ਇਹ ਵੀ ਇੱਕ ਸਹੀ ਉੱਤਰ ਨਹੀਂ ਹੈ। ਅਤੇ ਸਹੀ ਉੱਤਰ ਹੈ ਆਪਸ਼ਨ ਸੀ, ਸਿੱਖਿਆ ਪ੍ਰਕਿਰਿਆ ਵਿੱਚ ਵਿਗਿਆਨਕ ਸਾਧਨਾਂ ਦੀ ਵਰਤੋਂ ਕਰਨਾ। ਆਡੀਓ ਵਿਜ਼ੂਅਲ ਪ੍ਰਣਾਲੀ ਵਿੱਚ ਸਿੱਖਿਆ ਕਿਹੜੇ ਮਾਧਿਅਮ ਰਾਹੀਂ ਦਿੱਤੀ ਜਾਂਦੀ ਹੈ? ਆਪਸ਼ਨ ਏ, ਪੜ੍ਹਨ ਅਤੇ ਸਿੱਖਣ ਰਾਹੀਂ। ਆਪਸ਼ਨ ਬੀ, ਦੇਖਣ ਅਤੇ ਸੁਣਨ ਰਾਹੀਂ। ਆਪਸ਼ਨ ਸੀ, ਪੜ੍ਹਨ ਅਤੇ ਲਿਖਣ ਰਾਹੀਂ। ਆਪਸ਼ਨ ਡੀ, ਦੇਖਣ ਅਤੇ ਪੜ੍ਹਨ ਰਾਹੀਂ। ਸਹੀ ਉੱਤਰ ਹੈ ਆਪਸ਼ਨ ਬੀ, ਦੇਖਣ ਅਤੇ ਸੁਣਨ ਰਾਹੀਂ। ਆਡੀਓ ਵਿਜ਼ੂਅਲ, ਆਡੀਓ ਸੁਣਨਾ ਅਤੇ ਵਿਜ਼ੂਅਲ ਦੇਖਣਾ, ਦੇਖਣ ਅਤੇ ਸੁਣਨ ਦੇ ਰਾਹੀਂ ਸਿੱਖਿਆ ਦਿੱਤੀ ਜਾਂਦੀ ਹੈ। ਪ੍ਰਸ਼ਨ 14, ਆਡੀਓ ਹੈ ਆਪਸ਼ਨ ਏ, ਅੱਖਾਂ ਨਾਲ ਦੇਖਣਾ। ਆਪਸ਼ਨ ਬੀ, ਨੱਕ ਨਾਲ ਸੁੰਘਣਾ। ਆਪਸ਼ਨ ਸੀ, ਕੰਨਾਂ ਨਾਲ ਸੁਣਨਾ। ਡੀ, ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਉੱਤਰ ਹੈ ਆਪਸ਼ਨ ਸੀ, ਕੰਨਾਂ ਦੇ ਨਾਲ ਸੁਣਨਾ। ਆਡੀਓ ਕੀ ਹੈ? ਕੰਨਾਂ ਦੇ ਨਾਲ ਸੁਣਨਾ। ਪ੍ਰਸ਼ਨ 15, ਪੈਡਾਗੋਜੀ ਵਿੱਚ ਕੰਪਿਊਟਰ ਵਰਤਿਆ ਜਾਂਦਾ ਹੈ। ਆਪਸ਼ਨ ਏ, ਫੀਡਬੈਕ ਦੇਣ ਲਈ। ਆਪਸ਼ਨ ਬੀ, ਸਿੱਖਿਆਰਥੀ ਨਾਲ ਆਦਾਨ ਪ੍ਰਦਾਨ ਕਰਨ ਲਈ। ਆਪਸ਼ਨ ਸੀ, ਸਿੱਖਿਆਰਥੀ ਨੂੰ ਪ੍ਰੇਰਿਤ ਕਰਨ ਲਈ। ਆਪਸ਼ਨ ਡੀ, ਉਪਰੋਕਤ ਸਾਰੇ ਕੰਮਾਂ ਲਈ। ਪੈਡਾਗੋਜੀ ਕੀ ਹੈ? ਹੁਣ ਪੈਡਾਗੋਜੀ ਹੈ ਜਿਹੜਾ, ਇਹ ਸ਼ਬਦ ਹੈ ਸਿਧਾਂਤ ਅਤੇ ਅਭਿਆਸ ਵਿੱਚ ਅਧਿਆਪਕ ਕਿਵੇਂ ਸਿਖਾਉਂਦੇ ਹਨ, ਕਿਹੜੇ ਮੈਥਡ ਵਰਤਦੇ ਹੈ। ਠੀਕ ਹੈ, ਇਹ ਇੱਕ ਪੈਡਾਗੋਜੀ ਹੈ। ਪੈਡਾਗੋਜੀ ਦਾ ਇੱਕ ਵਿਸ਼ਾਲ ਜਿਹੜਾ ਸ਼ਬਦ ਦਾ ਅਰਥ ਹੈ। ਇਸ ਲਈ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਡੀ, ਉਪਰੋਕਤ ਸਾਰੇ ਕੰਮਾਂ ਦੇ ਲਈ ਹੈ ਜਿਹੜਾ ਵਰਤਿਆ ਜਾਂਦੀ ਹੈ। ICT ਦੀ ਵਰਤੋਂ ਕੀਤੀ ਜਾਂਦੀ ਹੈ। ਫੀਡਬੈਕ ਦੇਣ ਦੇ ਲਈ ਵੀ ਕੀਤੀ ਜਾਂਦੀ ਹੈ, ਸਿੱਖਿਆਰਥੀ ਨਾਲ ਆਦਾਨ ਪ੍ਰਦਾਨ ਕਰਨ ਲਈ ਵੀ, ਅਤੇ ਸਿੱਖਿਆਰਥੀ ਨੂੰ ਪ੍ਰੇਰਿਤ ਕਰਨ ਲਈ ਵੀ। ਇਹ ਸਨ ਅੱਜ ਦੇ 15 ਪ੍ਰਸ਼ਨ। ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਬਹੁਤ ਬਹੁਤ ਧੰਨਵਾਦ।